everyone, this is Parneet. I hope you all are doing good. So today in this video lesson, we are going to discuss few important tips and tricks by which you could improvise your English speaking skills. Yes, and you could improve your communication skills. Guys, ਹੁਣ English ਬੋਲਣਾ ਕਿਹਨੂੰ ਪਸੰਦ ਨਹੀਂ ਹੈ? English ਬੋਲ ਕੇ ਅਸੀਂ ਇੰਪ੍ਰੈਸਿਵ ਸਾਊਂਡ ਕਰਦੇ ਹਾਂ, English ਬੋਲ ਕੇ ਅਸੀਂ ਦੂਜੇ ਪਰਸਨ ਤੇ ਆਪਣਾ ਇੰਪ੍ਰੈਸ਼ਨ ਬਣਾ ਸਕਦੇ ਹਾਂ, ਅਸੀਂ ਆਪਣੀ ਪਰਸਨੈਲਿਟੀ ਡਿਵੈਲਪ ਕਰ ਸਕਦੇ ਹਾਂ। ਸੋ ਆਈ ਥਿੰਕ ਸਾਰਿਆਂ ਨੂੰ ਹੀ ਇੰਗਲਿਸ਼ ਬੋਲਣ ਦਾ ਕ੍ਰੇਜ਼ ਹੁੰਦਾ, ਸਾਰਿਆਂ ਨੂੰ ਹੀ ਹੁੰਦਾ ਕਿ ਮੈਨੂੰ ਇੰਗਲਿਸ਼ ਵਧੀਆ ਬੋਲਣੀ ਆਵੇ। ਬਟ ਐਟ ਦ ਸੇਮ ਟਾਈਮ ਸਾਨੂੰ ਇਹ ਵੀ ਕਨਫਿਊਜ਼ਨ ਹੁੰਦੀ ਹੈ ਕਿ ਇੰਗਲਿਸ਼ ਬੋਲਣਾ ਕਿਸ ਤਰ੍ਹਾਂ ਸਿੱਖੀਏ, ਜਾਂ ਫਿਰ ਅਗਰ ਮੈਨੂੰ ਇੰਗਲਿਸ਼ ਆਉਂਦੀ ਹੈ ਮੈਂ ਉਹਦੇ ਵਿੱਚ ਪ੍ਰੋ ਕਿਵੇਂ ਬਣਾ, ਮੈਂ ਦੂਜਿਆਂ ਅੱਗੇ ਕੌਨਫੀਡੈਂਟਲੀ ਗੱਲ ਕਿਵੇਂ ਕਰਾਂ। ਸੋ ਅੱਜ ਆਪਾਂ ਇਹ ਸਾਰੀਆਂ ਚੀਜ਼ਾਂ ਹੀ ਡਿਸਕਸ ਕਰਾਂਗੇ। ਨੰਬਰ 1 ਇਜ਼ ਦ ਕੰਟੈਂਟ। ਸਭ ਤੋਂ ਪਹਿਲਾਂ ਇਫ ਯੂ ਆਰ ਅ ਬਿਗਨਰ, ਤੁਸੀਂ ਇੰਗਲਿਸ਼ ਬੋਲਣਾ ਚਾਹੁੰਦੇ ਹੋ ਬਟ ਤੁਸੀਂ ਬੋਲ ਨਹੀਂ ਪਾਉਂਦੇ। ਨਾਓ ਦ ਕੰਟੈਂਟ, ਕਿਸ ਤਰ੍ਹਾਂ ਦਾ ਕੰਟੈਂਟ ਤੁਹਾਨੂੰ ਦੇਖਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਕੰਟੈਂਟ ਤੁਹਾਨੂੰ ਪੜ੍ਹਨਾ ਚਾਹੀਦਾ ਹੈ। ਹੁਣ ਤੁਸੀਂ ਬਹੁਤ ਜ਼ਿਆਦਾ ਸੁਣਿਆ ਹੋਏਗਾ ਕਿ ਨਿਊਜ਼ਪੇਪਰ ਪੜ੍ਹਨਾ ਸਟਾਰਟ ਕਰ ਦਿਓ, ਬੁੱਕਸ ਪੜ੍ਹਨਾ ਸਟਾਰਟ ਕਰ ਦਿਓ, ਹੈਵੀ ਨੋਵਲਸ ਪੜ੍ਹਨਾ ਸਟਾਰਟ ਕਰ ਦਿਓ, ਬਾਈ ਵਿਚ ਯੂ ਕੁਡ ਇੰਪਰੂਵ ਯੂਰ ਇੰਗਲਿਸ਼ ਸਪੀਕਿੰਗ ਸਕਿੱਲਸ। ਬਟ ਗਾਈਜ਼ ਬਿਲੀਵ ਮੀ, ਅਗਰ ਤੁਹਾਡਾ ਇੰਟਰਸਟ ਨਹੀਂ ਹੈ ਨਾ ਉਸ ਸਪੈਸੀਫਿਕ ਚੀਜ਼ ਦੇ ਵਿੱਚ, ਅਗਰ ਤੁਸੀਂ ਪਰਸਨ ਹੋ ਜਿਹਨੂੰ ਨਿਊਜ਼ਪੇਪਰ ਪੜ੍ਹਨਾ ਬਿਲਕੁਲ ਪਸੰਦ ਨਹੀਂ ਹੈ, ਅਗਰ ਤੁਸੀਂ ਉਸ ਤਰ੍ਹਾਂ ਦੇ ਪਰਸਨ ਹੋ ਜਿਹਨੂੰ ਨੋਵਲਸ ਪੜ੍ਹਨਾ ਬਿਲਕੁਲ ਪਸੰਦ ਨਹੀਂ ਹੈ, ਤਾਂ ਅਗਰ ਤੁਹਾਡਾ ਇੰਟਰਸਟ ਹੀ ਨਹੀਂ ਬਣੇਗਾ ਦੈਨ ਗਾਈਜ਼ ਤੁਸੀਂ ਆਪਣੀਆਂ ਇੰਗਲਿਸ਼ ਸਪੀਕਿੰਗ ਸਕਿੱਲਸ ਕਦੇ ਵੀ ਇੰਪਰੋਵਾਈਜ਼ ਨਹੀਂ ਕਰ ਪਾਉਂਦੇ। ਸੋ ਨੰਬਰ 1 ਇਜ਼ ਦ ਕੰਟੈਂਟ ਉਹ ਚੂਜ਼ ਕਰੋ। ਇਟ ਆਲ ਡਿਪੈਂਡਸ ਔਨ ਯੂ। ਤੁਸੀਂ ਹੀ ਚੂਜ਼ ਕਰਨਾ ਹੈ ਜਿਹਦੇ ਵਿੱਚ ਤੁਹਾਡਾ ਇੰਟਰਸਟ ਹੈ, ਦ ਥਿੰਗਸ ਦ ਕੰਟੈਂਟ ਵਿਚ ਫੈਸੀਨੇਟਸ ਯੂ, ਜਿਹੜਾ ਦੇਖ ਕੇ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਮੈਨੂੰ ਇੰਟਰਸਟਿਡ ਲੱਗਦਾ ਹੈ, ਇਹ ਤੋਂ ਮੈਂ ਕੁਛ ਨਾ ਕੁਛ ਵਧੀਆ ਸਿੱਖੂੰਗਾ ਵੀ। ਸੋ ਲੈਟਸ ਸੇ ਕਾਰਟੂਨਸ ਦੇਖਣੇ ਸਾਰਿਆਂ ਨੂੰ ਵਧੀਆ ਲੱਗਦੇ। ਅਗਰ ਬੱਚੇ ਚਿਲਡਰਨ ਫਰਮ ਦ ਵੈਰੀ ਪ੍ਰਾਇਮਰੀ ਏਜ ਉਹ ਕਾਰਟੂਨਸ ਨੂੰ ਦੇਖ ਕੇ ਕਾਰਟੂਨਸ ਤੋਂ ਬਹੁਤ ਜ਼ਿਆਦਾ ਇੰਗਲਿਸ਼ ਦੇ ਵਰਡ ਸਿੱਖ ਲੈਂਦੇ ਨੇ, ਈਵਨ ਸੈਂਟੈਂਸਸ ਬਣਾਉਣੇ ਸਿੱਖ ਲੈਂਦੇ ਨੇ, ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ। ਸੈਕਿੰਡ ਇਸ ਕਾਰਟੂਨਸ ਦੇ ਵਿੱਚ ਹਮੇਸ਼ਾ ਬਹੁਤ ਸਿੰਪਲ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਜਿਹੜੀ ਬੱਚਿਆਂ ਨੂੰ ਈਜ਼ੀਲੀ ਸਮਝ ਆ ਜਾਂਦੀ ਹੈ। ਅਗਰ ਬੱਚੇ ਸਮਝ ਸਕਦੇ ਨੇ ਤਾਂ ਵੱਡੇ ਵੀ ਸਮਝ ਸਕਦੇ ਨੇ। ਸੋ ਯੂ ਕੁਡ ਸਟਾਰਟ ਫਰੋਮ ਵਾਚਿੰਗ ਔਰ ਇਫ ਯੂ ਥਿੰਕ ਕਾਰਟੂਨਸ ਮੇਰੀ ਟਾਈਪ ਦੀ ਚੀਜ਼ ਨਹੀਂ ਹੈ ਜਾਂ ਮੈਂ ਕਾਰਟੂਨਸ ਨਹੀਂ ਦੇਖਦਾ, ਦੈਨ ਯੂ ਸ਼ੁਡ ਮੂਵ ਔਨ ਟੂ ਦ ਮੂਵੀਜ਼, ਮੂਵ ਔਨ ਟੂ ਦ ਵੈਬ ਸੀਰੀਜ਼। ਤਾਂ ਤੁਸੀਂ ਇੰਗਲਿਸ਼ ਵਾਲੀਆਂ ਮੂਵੀਜ਼ ਦੇਖੋ, ਇੰਗਲਿਸ਼ ਦੇ ਵਿੱਚ ਵੈਬ ਸੀਰੀਜ਼ ਦੇਖੋ, ਨੈਟਫਲਿਕਸ ਤੇ ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਨੂੰ। ਬਟ ਉਹਦੇ ਨਾਲ ਆਈ ਰਿਕਮੈਂਡ ਕਿ ਤੁਸੀਂ ਸਬ ਟਾਈਟਲਸ ਦੇ ਨਾਲ ਦੇਖੋ। ਜਿਵੇਂ ਉਹ ਉਹਦੇ ਵਿੱਚ ਬੋਲਦੇ ਨੇ ਤਾਂ ਤੁਸੀਂ ਨਾਲ ਸਬ ਟਾਈਟਲ ਨੂੰ ਰੀਡ ਕਰਦੇ ਜਾਓ। ਜਿਵੇਂ ਤੁਸੀਂ ਉਹਨੂੰ ਰੀਡ ਕਰੋਗੇ ਦੈਨ ਉਹ ਸੈਂਟੈਂਸ ਦੀ ਪ੍ਰੈਕਟਿਸ ਕਰੋਗੇ। ਅਗਰ ਕੋਈ ਡਿਫਿਕਲਟ ਵਰਡਸ, ਹੈਵੀ ਵਰਡਸ ਲੱਗ ਰਹੇ ਨੇ ਤਾਂ ਉਹਨਾਂ ਨੂੰ ਪੈਨ ਡਾਊਨ ਕਰੋ, ਉਹਦਾ ਮੀਨਿੰਗ ਸਰਚ ਕਰੋ, ਉਹਨੂੰ ਫਾਈਂਡ ਆਊਟ ਕਰੋ, ਫਿਰ ਉਹਨੂੰ ਬੋਲਣਾ ਸਟਾਰਟ ਕਰੋ ਇਨ ਡੇ ਟੂ ਡੇ ਕਨਵਰਸੇਸ਼ਨਸ। ਬਟ ਥਰਡ ਵੈਰੀ ਇੰਪੋਰਟੈਂਟ ਇਜ਼ ਨਾਓ ਈਚ ਪਰਸਨ ਇਜ਼ ਡਿਫਰੈਂਟ। ਕਈ ਲੋਕ ਹੁੰਦੇ ਨੇ ਕਿ ਮੈਂ ਬੋਲ ਕੇ ਕੋਈ ਚੀਜ਼ ਸਿੱਖੂੰਗਾ, ਕਈ ਲੋਕ ਹੁੰਦੇ ਨੇ ਕਿ ਮੈਂ ਪੜ੍ਹ ਕੇ ਫਿਰ ਬੋਲੂੰਗਾ ਫਿਰ ਮੈਨੂੰ ਸਮਝ ਆਏਗੀ, ਕਈ ਲੋਕ ਹੁੰਦੇ ਨੇ ਕਿ ਮੈਂ ਪਹਿਲਾਂ ਸੁਣੂੰਗਾ ਫਿਰ ਬੋਲੂੰ, ਓਨਲੀ ਦੈਨ ਆਈ ਕੁਡ ਇੰਪਰੂਵ। ਸੋ ਉਹਦੇ ਨਾਲ ਤੁਸੀਂ ਥਰਡ ਪੁਆਇੰਟ ਕੀ ਕਰ ਸਕਦੇ ਹੋ, ਤੁਸੀਂ ਪੋਡਕਾਸਟ ਨੂੰ ਸੁਣ ਸਕਦੇ ਹੋ, ਪੋਡਕਾਸਟ ਨੂੰ ਰੀਡ ਕਰ ਸਕਦੇ ਹੋ। ਐਟ ਦ ਸੇਮ ਟਾਈਮ ਤੁਹਾਨੂੰ ਸਾਰੀਆਂ ਚੀਜ਼ਾਂ ਕਰਨੀਆਂ ਪੈਣਗੀਆਂ। ਤੁਸੀਂ ਇੱਕ ਟਾਈਮ ਤੇ ਲਿਸਨ ਵੀ ਕਰੋ, ਹੈ ਨਾ, ਉਹ ਚੀਜ਼ ਨੂੰ ਤੁਸੀਂ ਰੀਡ ਵੀ ਕਰੋ ਐਂਡ ਦੈਨ ਉਹਦੀ ਸਪੀਕਿੰਗ ਪ੍ਰੈਕਟਿਸ ਵੀ ਕਰੋ। ਸੋ ਕੰਟੈਂਟ ਇਜ਼ ਆਫ ਅਟਮੋਸਟ ਇੰਪੋਰਟੈਂਟ। ਪੁਆਇੰਟ ਇਜ਼ ਟੂ ਸਟਾਰਟ ਮੇਕਿੰਗ ਸੈਂਟੈਂਸਸ। ਹੁਣ ਤੁਸੀਂ ਕੰਟੈਂਟ ਦੇਖਣਾ ਸਟਾਰਟ ਕਰਤਾ, ਤੁਹਾਡੇ ਕੋਲ ਵਰਡਸ ਆਉਣ ਲੱਗ ਗਏ, ਤੁਹਾਨੂੰ ਸਮਝ ਵੀ ਆ ਰਹੀ ਹੈ ਕੋਈ ਚੀਜ਼, ਤੁਸੀਂ ਰੀਡ ਵੀ ਕਰ ਰਹੇ ਹੋ, ਦੈਨ ਉਹਨੂੰ ਆਪਣੀ ਡੇ ਟੂ ਡੇ ਕਨਵਰਸੇਸ਼ਨਸ ਦੇ ਵਿੱਚ ਲੈ ਕੇ ਆਓ। ਅਗਰ ਤੁਸੀਂ ਲੌਂਗ ਸੈਂਟੈਂਸਸ ਨਹੀਂ ਬਣਾ ਸਕਦੇ, ਈਵਨ ਆਈਲ ਪ੍ਰੈਫਰ ਕਿ ਸਟਾਰਟਿੰਗ ਦੇ ਵਿੱਚ ਬਣਾਓ ਵੀ ਨਾ, ਪਹਿਲਾਂ ਸ਼ਾਰਟ ਸੈਂਟੈਂਸਸ ਤੋਂ ਸਟਾਰਟ ਕਰੋ। ਸ਼ਾਰਟ ਸੈਂਟੈਂਸਸ ਨੂੰ ਤੁਸੀਂ ਪੈਨ ਡਾਊਨ ਕਰਦੇ ਰਹੋ ਇੱਕ ਸੈਪਰੇਟ ਨੋਟਬੁੱਕ ਤੇ, ਫਿਰ ਉਹਨਾਂ ਦੀ ਪ੍ਰੈਕਟਿਸ ਕਰਦੇ ਰਹੋ। ਜਦੋਂ ਸ਼ਾਰਟ ਸੈਂਟੈਂਸਸ ਤੁਹਾਡੇ ਮੂੰਹ ਚੋਂ ਦਿਨ ਦੇ ਵਿੱਚ 5 ਟਾਈਮਸ 10 ਟਾਈਮਸ ਨਿਕਲਣਗੇ ਤਾਂ ਉਹ ਚੀਜ਼ ਆਪਣੇ ਆਪ ਤੁਹਾਡੇ ਮਾਈਂਡ ਦੇ ਵਿੱਚ ਬੈਠ ਜਾਏਗੀ, ਤੁਹਾਡਾ ਮਾਈਂਡ ਵੀ ਉਸ ਚੀਜ਼ ਵੱਲ ਪ੍ਰੋਪਰ ਫੋਕਸ ਹੋਏਗਾ, ਦੈਨ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਇੰਗਲਿਸ਼ ਬੋਲਣ ਦੇ ਵਿੱਚ ਇਨ ਡੇ ਟੂ ਡੇ ਕਨਵਰਸੇਸ਼ਨਸ। ਐਂਡ ਉਹਦੇ ਨਾਲ ਐਟਲੀਸਟ ਉਹ ਪਰਟੀਕੂਲਰ ਚੀਜ਼ ਦੀ ਪ੍ਰੈਕਟਿਸ ਕਰਦੇ ਰਹੋ। ਐਟਲੀਸਟ ਪ੍ਰੈਕਟਿਸ ਫॉर ਮਿਨੀਮਮ ਆਫ 20 ਮਿੰਟਸ। 20 ਮਿੰਟਸ ਤੁਹਾਨੂੰ ਪੂਰੇ ਦਿਨ ਦੇ ਵਿੱਚ ਸਪੈਂਡ ਕਰਨੇ ਹੀ ਕਰਨੇ ਪੈਣਗੇ। ਇਹ ਨਹੀਂ ਕਿ ਮੈਂ ਕੋਈ ਚੀਜ਼ ਦੇਖ ਲਈ, ਮੈਂ ਮੂਵੀ ਦੇਖ ਲਈ ਜਾਂ ਮੈਂ ਕਾਰਟੂਨਸ ਦੇਖ ਲਈ ਜਾਂ ਮੈਂ ਕੋਈ ਬੁੱਕ ਪੜ੍ਹ ਲਈ ਐਂਡ ਉਹ ਚੀਜ਼ ਮੈਂ ਇੱਕ ਵਾਰ ਮੇਰੇ ਦਿਮਾਗ 'ਚ ਬੈਠ ਗਈ ਤੇ ਹੁਣ ਮੈਨੂੰ ਆ ਗਈ। ਨਹੀਂ ਗਾਈਜ਼, ਇਟ ਵੁੱਡ ਬੀ ਅ ਬਲੰਡਰ। ਉਸ ਤਰ੍ਹਾਂ ਨਹੀਂ ਆਏਗਾ। ਚੀਜ਼ਾਂ ਨੂੰ ਨਾਲ ਪ੍ਰੈਕਟਿਸ ਵੀ ਕਰਨੀ ਪਏਗੀ। ਯੂ ਹੈਵ ਟੂ ਸਪੀਕ ਅਗੇਨ ਐਂਡ ਅਗੇਨ। ਅਗਰ ਸ਼ਾਰਟ ਸੈਂਟੈਂਸਸ ਤੁਸੀਂ 5-6 ਦਿਨ ਦੇ ਵਿੱਚ ਸਿੱਖ ਲਏ ਤਾਂ ਉਹਨਾਂ ਨੂੰ ਪ੍ਰੈਕਟਿਸ ਕਰਦੇ ਰਹੋ। ਕਿਸੇ ਫਰੈਂਡ ਨਾਲ ਪ੍ਰੈਕਟਿਸ ਕਰੋ, ਕਿਸੇ ਨਾਲ ਹੋਰ ਨਹੀਂ ਹੋ ਰਿਹਾ ਤਾਂ ਆਪਣੇ ਫੋਨ ਦੀਆਂ ਰਿਕਾਰਡਿੰਗਸ ਕਰੋ, ਉੱਥੇ ਪ੍ਰੈਕਟਿਸ ਕਰੋ, ਦੈਨ ਉਹਨਾਂ ਨੂੰ ਲਿਸਨ ਕਰੋ, ਦੈਨ ਰੈਕਟੀਫਾਈ ਕਰੋ ਆਪਣੀਆਂ ਮਿਸਟੇਕਸ। ਅਗਰ ਤੁਹਾਨੂੰ ਲੱਗ ਰਿਹਾ ਕਿ ਮੇਰੇ ਪਰਟੀਕੂਲਰ ਸੈਂਟੈਂਸ ਗਲਤ ਹੈ ਜਾਂ ਫਿਰ ਮੈਂ ਕਿਸੇ ਹੋਰ ਨੂੰ ਬੋਲਦੇ ਸੁਣਿਆ ਸੀ, ਉਹਨੇ ਤਾਂ ਇਸ ਤਰ੍ਹਾਂ ਬੋਲਿਆ ਸੀ, ਮੈਂ ਇਸ ਤਰ੍ਹਾਂ ਬੋਲਿਆ, ਉਹਨੂੰ ਫਾਈਂਡ ਆਊਟ ਕਰੋ। ਥਰਡ ਮੋਸਟ ਇੰਪੋਰਟੈਂਟ ਪੁਆਇੰਟ ਇਜ਼, ਇਹ ਸਾਨੂੰ ਸਾਰਿਆਂ ਨੂੰ ਹੀ ਬਹੁਤ ਟੈਨਸ਼ਨ ਹੁੰਦੀ ਹੈ, ਦੈਟ ਇਜ਼ ਯੂ ਸ਼ੁਡ ਓਵਰਕਮ ਯੂਅਰ ਫੋਬੀਆ। ਸਾਨੂੰ ਪਹਿਲਾਂ ਤੋਂ ਹੀ ਫੋਬੀਆ ਹੁੰਦਾ, ਪਹਿਲਾਂ ਤੋਂ ਹੀ ਫੀਅਰ ਹੁੰਦਾ, ਡਰ ਹੁੰਦਾ ਕਿ ਅਗਰ ਮੈਂ ਇੰਗਲਿਸ਼ ਬੋਲੂੰਗਾ ਤਾਂ ਦੂਸਰਾ ਬੰਦਾ ਕੀ ਕਹੂਗਾ। ਅਗਰ ਮੈਂ ਇੰਗਲਿਸ਼ ਬੋਲੂੰਗਾ, ਬੋਲਦੇ ਅਗਰ ਮੇਰੇ ਤੋਂ ਕੁਝ ਵਰਡਸ ਗਲਤ ਨਿਕਲ ਗਏ ਤਾਂ ਦੂਸਰੇ ਮੇਰੇ ਬਾਰੇ ਕੀ ਸੋਚਣਗੇ। ਗਾਈਜ਼ ਪਲੀਜ਼ ਡੋਂਟ ਕੇਅਰ ਅਬਾਊਟ ਅਦਰਸ। ਸੋ ਬਿਲੀਵ ਮੀ ਗਾਈਜ਼, ਤੁਹਾਨੂੰ ਇਹ ਫੋਬੀਆ ਓਵਰਕਮ ਕਰਨਾ ਹੀ ਪਏਗਾ ਅਗਰ ਤੁਸੀਂ ਕੌਨਫੀਡੈਂਟਲੀ ਇੰਗਲਿਸ਼ ਬੋਲਣਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਤਾਂ ਇੰਗਲਿਸ਼
ਬੋਲਣਾ ਸਟਾਰਟ ਕਰੋ। ਐਂਡ ਅਗਰ ਇੰਗਲਿਸ਼ ਬੋਲਦੇ ਬੋਲਦੇ ਤੁਸੀਂ ਸਟਕ ਵੀ ਹੋ ਜਾਂਦੇ ਹੋ, ਡੋਂਟ ਵਰੀ ਗਾਇਜ਼, ਤਾਂ ਉਹ ਸੈਂਟੈਂਸ ਨੂੰ ਤੁਸੀਂ ਕੰਪਲੀਟ ਕਰੋ। ਪ੍ਰੋਪਰ ਇੰਗਲਿਸ਼ ਦੇ ਵਿੱਚ ਤੁਹਾਡਾ ਕੰਪਲੀਟ ਨਹੀਂ ਹੋ ਰਿਹਾ, ਹਾਫ ਇੰਗਲਿਸ਼ ਦੇ ਵਿੱਚ ਬੋਲ ਦਿਓ, ਹਾਫ ਹਿੰਦੀ ਜਾਂ ਪੰਜਾਬੀ ਦੇ ਵਿੱਚ ਬੋਲ ਦਿਓ, ਕੰਪਲੀਟ ਕਰੋ। ਕੌਨਫੀਡੈਂਸ ਆਪਣਾ ਬੂਸਟ ਕਰੋ। ਥਰਡ ਇਜ਼ ਸਟਾਪ ਥਿੰਕਿੰਗ ਆਫ ਅਦਰਸ ਹੂ ਵਿਲ ਮੇਕ ਫਨ ਆਫ ਯੂ। ਸੋ ਮਾਈ ਰਿਕਮੈਂਡੇਸ਼ਨ ਇਜ਼ ਨੈਗਲੈਕਟ ਆਲ ਦੋਜ਼ ਪੀਪਲ, ਉਹਨਾਂ ਨੇ ਤੁਹਾਡੇ ਤੋਂ ਕੁਝ ਨਹੀਂ ਲੈਣਾ। ਬਿਲੀਵ ਮੀ ਗਾਇਜ਼, ਅਗਰ ਤੁਸੀਂ ਆਪਣਾ ਕੌਨਫੀਡੈਂਸ ਇਨ ਦ ਵੈਰੀ ਬਿਗਨਿੰਗ ਬੂਸਟ ਕਰ ਲਿਆ ਹੈ ਨਾ, ਤੁਹਾਡਾ ਮੋਰਲ ਬੂਸਟ ਹੈ, ਤੁਹਾਨੂੰ ਕੌਨਫੀਡੈਂਸ ਹੈ ਕਿ ਮੈਂ ਬੋਲੂੰਗਾ, ਚਾਹੇ ਮੈਂ ਗਲਤ ਬੋਲਾਂ, ਮੈਂ ਬੋਲਣਾ ਹੀ ਹੈ। These things will definitely work for you and will assist you in the long run, and gradually you will speak like a pro. Fourth important point is to practice. How you should practice? ਹੁਣ practice ਹਮੇਸ਼ਾ ਜਦੋਂ ਵੀ ਸਟਾਰਟ ਕਰਨੀ ਹੈ ਮਿਰਰ ਤੋਂ ਸਟਾਰਟ ਕਰੋ। ਸਟਾਰਟ ਮਿਰਰ ਪ੍ਰੈਕਟਿਸਿੰਗ। ਦੇਖੋ ਮਿਰਰ ਪ੍ਰੈਕਟਿਸ ਨੇ ਨਾ ਮੈਨੂੰ ਵੀ ਹਮੇਸ਼ਾ ਬਹੁਤ ਹੈਲਪ ਕੀਤਾ ਹੈ। ਮੈਂ ਹਮੇਸ਼ਾ ਤੋਂ ਹੀ ਅਗਰ ਮੇਰੇ ਤੋਂ ਕੋਈ ਪੁੱਛਦਾ ਵੀ ਹੈ, ਮੇਰੇ ਸਟੂਡੈਂਟਸ ਵੀ ਪੁੱਛਦੇ ਨੇ ਜਾਂ ਕੋਈ ਵੀ ਹੋਰ ਪੁੱਛਦਾ ਕਿ ਕਿਸ ਤਰ੍ਹਾਂ ਅਸੀਂ ਇੰਗਲਿਸ਼ ਨੂੰ ਇੰਪਰੂਵ ਕਰ ਸਕਦੇ ਹਾਂ, ਨਾਟ ਓਨਲੀ ਇੰਗਲਿਸ਼, ਆਇਲਸ ਦੇ ਵਿੱਚ ਜਿਹੜੀ ਸਪੀਕਿੰਗ ਹੁੰਦੀ ਹੈ ਨਾ, ਅਗਰ ਉਹਨੂੰ ਵੀ ਆਪਾਂ ਮਿਰਰ ਪ੍ਰੈਕਟਿਸ ਕਰਨੀ ਸਟਾਰਟ ਕਰਦੇ ਹਾਂ ਨਾ, ਉਹ ਵੀ ਬਹੁਤ ਜ਼ਿਆਦਾ ਇੰਪਰੂਵ ਹੋ ਜਾਂਦੀ ਹੈ ਗਾਇਜ਼, ਬਿਲੀਵ ਮੀ। ਸੋ ਮਿਰਰ ਪ੍ਰੈਕਟਿਸ ਸਟਾਰਟ ਕਰੋ। ਜਦੋਂ ਮਿਰਰ ਪ੍ਰੈਕਟਿਸ ਸਟਾਰਟ ਕਰੋਗੇ, ਆਪਣੇ ਆਪ ਨੂੰ ਦੇਖੋਗੇ, ਉੱਥੋਂ ਤੁਹਾਨੂੰ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਦੇ ਤੁਹਾਡੇ ਜੈਸਚਰਸ ਨੇ, ਕਿਸ ਤਰ੍ਹਾਂ ਦੇ ਤੁਹਾਡੇ ਐਕਸਪ੍ਰੈਸ਼ਨਸ ਨੇ, ਕਿਸ ਤਰ੍ਹਾਂ ਵਰਡਸ ਤੁਹਾਡੇ ਮੂੰਹ 'ਚੋਂ ਆ ਰਹੇ ਨੇ, ਕਿਸ ਤਰ੍ਹਾਂ ਤੁਸੀਂ ਲੱਗ ਰਹੇ ਹੋ, ਕਿਸ ਤਰ੍ਹਾਂ ਦੀ ਤੁਹਾਡੀ ਬੋਡੀ ਲੈਂਗੁਏਜ ਹੈ। ਸੋ ਆਲ ਥੀਸ ਥਿੰਗਸ ਆਲਸੋ ਕਾਊਂਟ ਜਦੋਂ ਤੁਸੀਂ ਅੱਗੇ ਬੋਲਣਾ ਸਟਾਰਟ ਕਰੋਗੇ। ਸੋ ਸਟਾਰਟ ਫਰੋਮ ਦ ਮਿਰਰ ਪ੍ਰੈਕਟਿਸਿੰਗ। ਮਿਰਰ ਪ੍ਰੈਕਟਿਸ ਕਰਦੇ ਕਰਦੇ ਆਪਣੀ ਸਪੀਕਿੰਗ ਨੂੰ ਹਮੇਸ਼ਾ ਰਿਕਾਰਡ ਵੀ ਕਰ ਸਕਦੇ ਹੋ। ਇਹਦੇ ਨਾਲ ਨਾਲ ਹੋਰ ਕਿਸ ਤਰ੍ਹਾਂ ਪ੍ਰੈਕਟਿਸ ਕਰ ਸਕਦੇ ਹੋ, ਲੈਟਸ ਸੇ ਅਸੀਂ ਕੋਈ ਟੌਪਿਕ ਚੂਜ਼ ਕਰ ਲਿਆ, ਦਿਨ ਦੇ ਵਿੱਚ ਕੋਈ ਵੀ ਤੁਸੀਂ ਡੇਲੀ ਇੱਕ ਟੌਪਿਕ ਲਓ ਜਾਂ 2 ਟੌਪਿਕ ਲਓ, ਉਹਨਾਂ ਨੂੰ ਚੂਜ਼ ਕਰ ਲਿਆ। ਸਪੋਜ਼ ਤੁਸੀਂ ਚਿਲਡਰਨ ਚੂਜ਼ ਕਰ ਲਿਆ, ਸਪੋਜ਼ ਤੁਸੀਂ ਹੋਮ ਟਾਊਨ ਚੂਜ਼ ਕਰ ਲਿਆ, ਸਪੋਜ਼ ਆਪਣਾ ਹਾਊਸ ਚੂਜ਼ ਕਰ ਲਿਆ, ਆਪਣਾ ਕਿਚਨ ਗਾਰਡਨ ਚੂਜ਼ ਕਰ ਲਿਆ, ਸ਼ਾਪਿੰਗ ਚੂਜ਼ ਕਰ ਲਿਆ, ਕਲਰਸ ਚੂਜ਼ ਕਰ ਲਿਆ, ਕੋਈ ਵੀ ਟੌਪਿਕ ਚੂਜ਼ ਕਰੋ ਐਂਡ ਟਰਾਈ ਟੂ ਸਪੀਕ ਔਨ ਦੈਟ ਪਰਟੀਕੂਲਰ ਟੌਪਿਕ ਫॉर ਐਟਲੀਸਟ 10 ਮਿੰਟਸ ਔਰ 15 ਮਿੰਟਸ। ਉਹਦੇ ਤੱਕ ਬੋਲੋ ਹੈ ਨਾ, ਉਹਨੂੰ ਲੰਬਾ ਲੈ ਕੇ ਜਾਓ ਕਿ ਮੈਂ ਉਸ ਟੌਪਿਕ ਤੇ ਹੋਰ ਕੀ ਬੋਲ ਸਕਦਾ, ਉਹਨੂੰ ਰਿਕਾਰਡ ਕਰੋ, ਫਿਰ ਦੈਨ ਲਿਸਨ ਟੂ ਯੂਰ ਓਨ ਰਿਕਾਰਡਿੰਗ। ਸੋ ਬਾਈ ਡੂਇੰਗ all these things you will not only improvise your skills but at the same time you will start rectifying your mistakes on your own. Now the final point is change your mentality, change your mindset. Yes guys, English ਬੋਲਣ ਤੋਂ ਪਹਿਲਾਂ, ਸਿੱਖਣ ਤੋਂ ਪਹਿਲਾਂ ਤੁਹਾਨੂੰ ਆਪਣਾ ਇੱਕ mindset ਬਣਾਉਣਾ ਪਏਗਾ, ਆਪਣੀ ਇੱਕ mentality change ਕਰਨੀ ਪਏਗੀ ਕਿ ਅਗਰ ਮੈਨੂੰ ਇੰਗਲਿਸ਼ ਨਹੀਂ ਆਉਂਦੀ ਨਾ ਤਾਂ ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ, ਤਾਂ ਮੇਰੀ ਤਾਂ ਲਾਈਫ ਹੀ ਬਰਬਾਦ ਹੋ ਗਈ। ਇਸ ਤਰ੍ਹਾਂ ਨਹੀਂ ਹੁੰਦਾ ਗਾਈਸ। ਇੰਗਲਿਸ਼ ਇੱਕ ਲੈਂਗੁਏਜ ਹੈ, ਅਗਰ ਉਹਨੂੰ ਇੰਟਰਸਟਿੰਗ ਵੇ ਦੇ ਵਿੱਚ ਸਿੱਖੋਗੇ, ਉਹਨੂੰ ਕਦੇ ਵੀ ਐਜ਼ ਅ ਬਰਡਨ ਨਾ ਲਓ। ਇਹ ਨਾ ਸੋਚੋ ਕਿ ਮੈਨੂੰ ਬਹੁਤ ਸਟ੍ਰੈਸ ਹੈ, ਮੈਨੂੰ ਇੰਗਲਿਸ਼ ਨਹੀਂ ਆ ਰਹੀ ਤਾਂ ਮੈਂ ਕਿਸੇ ਫੀਲਡ ਦੇ ਵਿੱਚ ਸਕਸੀਡ ਨਹੀਂ ਹੋ ਪਾਊਂਗਾ ਜਾਂ ਫਿਰ ਮੈਂ ਕੁਝ ਵੀ ਅਚੀਵ ਨਹੀਂ ਕਰ ਪਾਊਂਗਾ। ਇਸ ਤਰ੍ਹਾਂ ਨਹੀਂ ਹੁੰਦਾ। ਇੰਗਲਿਸ਼ ਇਜ਼ ਮੇਅਰ ਅ ਲੈਂਗੁਏਜ, ਉਹਨੂੰ ਤੁਸੀਂ ਸਿੱਖ ਸਕਦੇ ਹੋ, ਜ਼ਰੂਰ ਸਿੱਖ ਸਕਦੇ ਹੋ ਵਿਦ ਹਾਰਡ ਵਰਕ, ਵਿਦ ਯੋਰ ਕੰਸਿਸਟੈਂਸੀ ਐਂਡ ਰੈਗੂਲਰ ਪ੍ਰੈਕਟਿਸ। ਬਟ ਗਾਈਜ਼ ਆਪਣਾ ਕੌਨਫੀਡੈਂਸ ਬਣਾ ਕੇ ਰੱਖੋ। ਸੋ ਦ ਹੋਲ ਮੰਤਰਾ ਇਜ਼ ਜਸਟ ਬੀ ਕੌਨਫੀਡੈਂਟ, ਬੀ ਡਿਟਰਮਿਨ, ਪ੍ਰੈਕਟਿਸ ਕਰਦੇ ਰਹੋ, ਕੰਸਿਸਟੈਂਟ ਪ੍ਰੈਕਟਿਸ ਐਂਡ ਦੈਨ ਯੋਰ ਹਾਰਡ ਵਰਕ ਵਿਲ ਡੈਫੀਨੇਟਲੀ ਪੇ ਆਫ। ਤੁਹਾਨੂੰ ਮਿਹਨਤ ਦਾ ਫਲ ਮਿਲੇਗਾ ਬਟ ਇਨ ਦ ਲੌਂਗ ਰਨ। ਉਹਦੇ ਲਈ ਤੁਹਾਨੂੰ ਪੇਸ਼ੈਂਸ ਵੀ ਰੱਖਣਾ ਪਏਗਾ ਐਂਡ ਪ੍ਰੈਕਟਿਸ ਵੀ ਡੇਲੀ ਕਰਨੀ ਪਏਗੀ। ਇਫ ਯੂ ਵਾਂਟ ਮੀ ਟੂ ਮੇਕ ਮੋਰ ਸੱਚ ਵੀਡੀਓਜ਼ ਜਾਂ ਫਿਰ ਤੁਹਾਡੀਆਂ ਕੋਈ ਹੋਰ ਵੀ ਕੁਐਰੀਜ਼ ਨੇ ਕਿ ਇਸ ਪਰਟੀਕੂਲਰ ਟੌਪਿਕ ਤੇ ਵੀਡੀਓ ਬਣਾਓ, ਪਲੀਜ਼ ਡੂ ਰਾਈਟ ਮੀ ਇਨ ਦ ਕਮੈਂਟ ਸੈਕਸ਼ਨ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ।